ਬਚਿੰਤ ਕੌਰ ਦੀ ਪੁਸਤਕ ਪਗਡੰਡੀਆਂ ਭਾਗ ਦੂਜਾ ਦਾ ਅਗਲਾ ਵਿਸ਼ਾ ਹੈ ਬਦਨਾਮ ਹੁਏ ਤੋ ਕਿਆ ਹੁਆ। 1977 'ਚ ਇੱਕ ਵਾਰੀ ਪੰਜਾਬੀ ਰਾਈਟਰਸ ਕੋਆਪਰੇਟਿਵ ਇੰਡਸਟਰੀਅਲ ਸੁਸਾਇਟੀ ਲਿਮਿਟਿਡ ਵੱਲੋਂ 7 ਨਵੀਆਂ ਕਿਤਾਬਾਂ ਦਾ ਇੱਕ 94ਵਾਂ ਸੈੱਟ ਪਬਲਿਸ਼ ਹੋਇਆ, ਜਿਸ 'ਚ ਕਾਤਰਾਂ ਮਹਿੰਦਰ ਕੌਰ ਗਿੱਲ ਦੀ ਕਾਵਿ ਪੁਸਤਕ ਭੁੱਬਲ ਦੀ ਅੱਗ, ਮੇਰਾ ਕਹਾਣੀ ਸੰਗ੍ਰਹਿ, ਆਪਣਾ ਸ਼ਹਿਰ ਰਜਿੰਦਰ ਕੌਰ, ਸੁਪਨੇ ਦੀ ਤਾਜਪੋਸ਼ੀ ਗੁਰਮੁਖ ਸਿੰਘ ਜੀ ਦੀ ਕਿਤਾਬ, ਲੋਕਧਾਰਾ ਤੇ ਸਾਹਿਤ ਡਾਕਟਰ ਸੁਰਿੰਦਰ ਸਿੰਘ ਬੇਦੀ ਦੀ ਪੁਸਤਕ, ਮਹਿਕਾਂ ਡਾਕਟਰ ਸਵਿੰਦਰ ਸਿੰਘ ਉੱਪਲ ਦੀ ਪੁਸਤਕ ਤੇ ਇਹ ਵੀ ਨਹੀਂ ਡਾਕਟਰ ਮਹੀਪ ਸਿੰਘ ਦੀ ਕਿਤਾਬ। ਇਸ ਤਰ੍ਹਾਂ ਇਹ 7 ਪ੍ਰਸਿੱਧ ਪੁਸਤਕਾਂ ਇੰਡੀਆ ਗੇਟ ਦੇ ਨੇੜੇ ਕਨਸਟੀਟਿਊਸ਼ਨਲ ਕਲੱਬ ਵਿੱਚ ਨਵੰਬਰ ਨੂੰ ਬੜੀ ਧੂਮ-ਧਾਮ ਨਾਲ ਰਿਲੀਜ਼ ਹੋਈਆਂ ਤੇ ਪਿਛਲੇ ਸੈੱਟ ਦੀਆਂ ਪੁਸਤਕਾਂ ਦੀ ਬਣਦੀ ਰਾਇਲਟੀ ਵੀ ਪੰਜਾਬੀ ਲੇਖਕਾਂ ਨੂੰ ਦਿੱਤੀ ਗਈ। ਇਉਂ ਇਹਨਾਂ ਪੁਸਤਕਾਂ ਦੀ ਧੂਮ ਨਾ ਸਿਰਫ ਹਿੰਦੁਸਤਾਨ 'ਚ ਹੀ ਪਈ, ਬਲਕਿ ਪਾਕਿਸਤਾਨੀ ਪੰਜਾਬੀ ਸਾਹਿਤ ਵਿੱਚ ਵੀ ਬਹੁਤ ਚਰਚਾ ਹੋਈ। ਪਾਕਿਸਤਾਨੀ ਸਾਹਿਤ ਵਿੱਚ ਪੰਜਾਬੀ ਕਹਾਣੀ ਸਾਹਿਤ ਦੀ ਬਹੁਤ ਸ਼ਲਾਘਾ ਹੋਈ, ਖਾਸ ਕਰਕੇ ਮੇਰੀ ਪੁਸਤਕ ਭੁੱਬਲ ਦੀ ਅੱਗ ਪਹਿਲੀ ਵਾਰੀ ਦਿੱਲੀ ਯੂਨੀਵਰਸਿਟੀ ਦੇ BA ਦੇ ਕੋਰਸ ਵਿੱਚ ਪਾਠਕਾਂ ਨੇ ਕਈ ਸਾਲਾਂ ਤੱਕ ਪੜ੍ਹੀ। ਇਸ ਕਹਾਣੀ ਦੀ ਚਰਚਾ ਪਾਕਿਸਤਾਨੀ ਪੰਜਾਬੀ ਕਹਾਣੀ ਸਾਹਿਤ ਵਿੱਚ ਵੀ ਬਹੁਤ ਹੋਈ, ਜਿਸ ਕਰਕੇ 1981 'ਚ ਪਾਕਿਸਤਾਨ 'ਚ ਹੋਈ ਇੱਕ ਸਾਹਿਤਕ ਕਾਨਫਰੰਸ ਵਾਰਿਸ ਸ਼ਾਹ ਉਰਸ ਸਮੇਂ ਇਸ ਕਹਾਣੀ ਨੂੰ ਲਾਹੌਰ ਦੇ ਪੰਜਾਬੀ ਸਾਹਿਤਕਾਰਾਂ ਨੇ ਬਹੁਤ ਸਲਾਹਿਆ। ਉੱਥੋਂ ਦੇ ਲੇਖਕ ਪਹਿਲੀ ਵਾਰ ਮੈਨੂੰ ਪੰਜਾਬੀ ਕਹਾਣੀਕਾਰ ਦੇ ਤੌਰ 'ਤੇ ਜਾਣਨ ਲੱਗੇ। ਪਿੱਛੋਂ 1981 'ਚ ਸਾਡੇ 7 ਪੰਜਾਬੀ ਲੇਖਕਾਂ ਵਿੱਚੋਂ 5 ਲੇਖਕਾਂ ਨੇ 1981 ਦੀ ਇਸ ਪੰਜਾਬੀ ਕਾਨਫਰੰਸ 'ਚ ਵੱਧ ਚੜ੍ਹ ਕੇ ਹਿੱਸਾ ਲਿਆ, ਜਿਨ੍ਹਾਂ 'ਚੋਂ ਇੱਕ ਨਾਮ ਮੇਰਾ ਵੀ ਸੀ। ਸਾਨੂੰ 5 ਲੇਖਕਾਂ ਨੂੰ ਲਾਹੌਰ, ਰਾਵਲਪਿੰਡੀ, ਸ਼ੇਖੂਪੁਰਾ, ਪੰਜਾ ਸਾਹਿਬ ਤੇ ਇਸਲਾਮਾਬਾਦ ਜਾਣ ਦਾ ਮੌਕਾ ਵੀ ਮਿਲਿਆ। ਸਾਡੇ ਨਾਲ ਜਿਨ੍ਹਾਂ ਲੇਖਕਾਂ ਨੇ ਪਾਕਿਸਤਾਨ ਦੀ ਇਸ ਕਾਨਫਰੰਸ 'ਚ ਸ਼ਿਰਕਤ ਕੀਤੀ, ਉਹਨਾਂ 'ਚ ਡਾਕਟਰ ਮਹੀਪ ਸਿੰਘ, ਡਾਕਟਰ ਸਵਿੰਦਰ ਸਿੰਘ ਉੱਪਲ, ਗੁਰਮੁਖ ਸਿੰਘ ਤੇ ਮੈਂ ਯਾਨੀ ਬਚਿੰਤ ਕੌਰ ਤੇ ਪਟਿਆਲੇ ਤੋਂ ਪ੍ਰੋਫੈਸਰ ਵਿਸ਼ਵਨਾਥ ਤਿਵਾੜੀ ਵੀ ਸਨ। ਇੱਥੇ ਅਸੀਂ 5 ਲੇਖਕਾਂ ਨੇ ਸੰਸਾਰ ਪ੍ਰਸਿੱਧ ਲੇਖਕ ਵਾਰਿਸ ਸ਼ਾਹ ਦੇ ਨਵੇਂ ਬਣੇ ਮਜ਼ਾਰ ਦਾ ਉਦਘਾਟਨ ਕੀਤਾ। ਮਜ਼ਾਰ ਉੱਤੇ ਸਤਕਾਰ ਸਹਿਤ ਚੱਦਰ ਚੜ੍ਹਾਈ। ਵਾਰਿਸ ਸ਼ਾਹ ਦਾ ਲਿਖਿਆ ਕਿੱਸਾ ਹੀਰ ਅੱਜ ਸਾਨੂੰ ਦੁਨੀਆ ਭਰ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ 'ਚ ਅਨੁਵਾਦ ਕੀਤਾ ਮਿਲਦਾ ਹੈ। ਇਸ ਕਿੱਸੇ ਉੱਤੇ ਬਣੀ ਹਿੰਦੁਸਤਾਨੀ ਫਿਲਮ ਹੀਰ ਰਾਂਝਾ ਆਪਣੇ ਸਮੇਂ ਦਰਸ਼ਕਾਂ 'ਚ ਬੇਹੱਦ ਪਸੰਦ ਕੀਤੀ ਗਈ, ਜੋ ਚੇਤਨ ਆਨੰਦ ਨੇ ਬਣਾਈ ਸੀ। ਹੁਣ ਮੇਰਾ ਪੂਰਾ ਰੁਝੇਵਾਂ ਆਪਣੀ ਕਲਮ ਵੱਲ ਸੀ ਤੇ ਮੈਂ ਪੰਜਾਬੀ ਰਾਈਟਰਸ ਕੋਆਪਰੇਟਿਵ ਇੰਡਸਟਰੀਅਲ ਸੁਸਾਇਟੀ ਲਿਮਿਟਿਡ ਤੋਂ ਬਿਨਾਂ ਕਈ ਹੋਰ ਪੰਜਾਬੀ ਅਦਾਰਿਆਂ ਨਾਲ ਵੀ ਜੁੜ ਗਈ, ਜਿਵੇਂ ਕੈਨੇਡਾ ਦੇ ਮਸ਼ਹੂਰ ਸ਼ਹਿਰ ਵੈਨਕੂਵਰ ਤੋਂ ਛਪਦੇ ਇੰਡੋ ਕੈਨੇਡੀਅਨ ਟਾਈਮਜ਼ ਪਰਚੇ ਵਿੱਚ ਮੇਰੀਆਂ ਕਹਾਣੀਆਂ ਤੇ ਮੇਰੀ ਜੀਵਨੀ ਪਗਡੰਡੀਆਂ ਲਗਾਤਾਰ ਛਪਣ ਲੱਗੀ। ਇਉਂ ਕੈਨੇਡਾ 'ਚ ਵਸਦੇ ਪੰਜਾਬੀ ਸਾਹਿਤਕਾਰਾਂ ਤੇ ਪੰਜਾਬੀ ਪਾਠਕਾਂ ਵੱਲੋਂ ਮੇਰੀਆਂ ਸਾਹਿਤਕ ਕਿਰਤਾਂ ਨੂੰ ਬਹੁਤ ਸਲਾਹਿਆ ਜਾਣ ਲੱਗਿਆ, ਖਾਸ ਕਰਕੇ ਮੇਰੀ ਸਵੈ ਜੀਵਨੀ ਪਗਡੰਡੀਆਂ ਨੂੰ। ਛੇਤੀ ਇਹ ਪੁਸਤਕ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ, ਉਰਦੂ, ਹਿੰਦੀ, ਮਰਾਠੀ ਤੇ ਯੁਗ ਸਲਾਵ ਭਾਸ਼ਾਵਾਂ 'ਚ ਛਪ ਗਈ। ਇਸ ਪੁਸਤਕ ਦੀ ਚਰਚਾ ਸਾਡੀਆਂ ਹਿੰਦੁਸਤਾਨੀ ਯੂਨੀਵਰਸਿਟੀਆਂ 'ਚ ਆਮ ਹੋ ਗਈ ਤੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੇ ਇਸ ਸਵੈ ਜੀਵਨੀ ਨੂੰ ਕਿਸੇ ਨਾ ਕਿਸੇ ਕੋਰਸ ਵਿੱਚ ਅੱਜ ਤੱਕ ਵੀ ਲਾ ਰੱਖਿਆ, ਜਦਕਿ ਇਸ ਰਚਨਾ ਨੂੰ ਛਪਿਆ ਹੁਣ 25 ਵਰ੍ਹਿਆਂ ਤੋਂ ਵੀ ਵੱਧ ਸਮਾਂ ਹੋ ਚੁੱਕਿਆ ਹੈ। ਪਹਿਲੀ ਵਾਰ ਇਹ ਸਵੈ ਜੀਵਨੀ 1975 'ਚ ਅੰਮ੍ਰਿਤਾ ਪ੍ਰੀਤਮ ਦੇ ਆਪਣੇ ਪ੍ਰਸਿੱਧ ਪਰਚੇ ਨਾਗਮਣੀ 'ਚ 27 ਕਿਸ਼ਤਾਂ 'ਚ ਛਪੀ ਸੀ। ਕਿਤਾਬ ਦੇ ਰੂਪ 'ਚ ਆਉਣ ਪਿੱਛੋਂ ਵਿਜੇ ਚੋਪੜਾ ਜੀ ਨੇ ਜਿਹਦੇ ਜਲੰਧਰੋਂ ਛਪਦੇ ਆਪਣੇ 3 ਅਖਬਾਰਾਂ ਜਗਬਾਣੀ, ਪੰਜਾਬ ਕੇਸਰੀ ਤੇ ਉਰਦੂ 'ਚ ਛਪਦੇ ਹਿੰਦ ਸਮਾਚਾਰ 'ਚ ਇੱਕੋ ਸਮੇਂ ਲਗਾਤਾਰ ਸੰਡੇ ਐਡੀਸ਼ਨ 'ਚ ਕਈ ਕਿਸ਼ਤਾਂ 'ਚ ਛਾਪੀ। ਪਿੱਛੇ ਜੇ ਜਦੋਂ ਪੰਜਾਬ ਕੇਸਰੀ ਅਖਬਾਰ ਦਾ 100ਵਾਂ ਵਰ੍ਹਾ ਮਨਾਇਆ ਗਿਆ ਤਾਂ ਇਸ ਸਵੈ ਜੀਵਨੀ ਨੂੰ 100ਵੇਂ ਵਰ੍ਹੇ 'ਚ ਥਾਂ ਦੇ ਕੇ ਸਪੈਸ਼ਲ ਖਬਰ ਛਾਪੀ ਗਈ। ਸੱਚ ਜਾਣਿਓ, ਮੈਨੂੰ ਖੁਦ ਨੂੰ ਵੀ ਮੇਰੀ ਇਸ ਸਾਹਿਤਕ ਰਚਨਾ ਉੱਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ। ਇੱਕ ਪਾਠਕ ਡਾਕਟਰ ਹਰਭਜਨ ਸਿੰਘ ਸਿਵਲ ਸਰਜਨ ਨੇ ਮੇਰੀ ਇਸ ਪੁਸਤਕ ਨੂੰ ਪੜ੍ਹ ਕੇ ਮੈਨੂੰ 10,000 ਰੁਪਏ ਦਾ ਉਸ ਸਮੇਂ ਭਾਵ 1992 'ਚ ਇੱਕ ਡਰਾਫਟ ਭੇਜਿਆ ਸੀ, ਜਿਹਨੂੰ ਦੇਖ ਕੇ ਮੈਨੂੰ ਯਕੀਨ ਹੀ ਨਹੀਂ ਸੀ ਆਇਆ ਕਿ ਇਹ ਡਰਾਫਟ ਸੱਚਾ ਜਾਂ ਝੂਠਾ। ਆਖਿਰ ਮੈਂ ਇਸ ਡਰਾਫਟ ਨੂੰ ਨਵਯੁੱਗ ਦੇ ਪਬਲਿਸ਼ਰ ਪਾਪਾ ਪ੍ਰੀਤਮ ਸਿੰਘ ਜੀ ਕੋਲ ਭੇਜਿਆ ਤੇ ਕਿਹਾ, ਦੇਖੋ ਪਾਪਾ ਜੀ, ਕਿਸੇ ਨੇ ਪਗਡੰਡੀਆਂ ਪੁਸਤਕ ਪੜ੍ਹ ਕੇ ਮੈਨੂੰ 10,000 ਰੁਪਏ ਦਾ ਝੂਠਾ ਚੈੱਕ ਭੇਜ ਕੇ ਮਖੌਲ ਕੀਤਾ ਹੈ। ਪਾਪਾ ਜੀ ਨੇ ਉਸ ਡਰਾਫਟ ਨੂੰ ਮੇਥੋਂ ਲੈ ਕੇ ਬੈਂਕ 'ਚ ਪਰਖਣ ਲਈ ਭੇਜਿਆ। ਬੈਂਕ ਵਾਲਿਆਂ ਨੇ ਕਿਹਾ ਕਿ ਇਹ ਚੈੱਕ ਨਹੀਂ ਹੈ, ਡਰਾਫਟ ਹੈ, ਜਿਹਦਾ ਮਤਲਬ ਹੈ ਹੁਣੇ ਹੀ ਕੈਸ਼ ਹੋ ਸਕਦਾ ਹੈ। ਬੈਂਕ ਵਿੱਚ ਜਮ੍ਹਾਂ ਕਰਾਉਣ ਦੀ ਵੀ ਲੋੜ ਨਹੀਂ, ਬਸ਼ਰਤੇ ਬਚਿੰਤ ਕੌਰ ਬੈਂਕ ਵਿੱਚੋਂ ਖੁਦ ਇਹਨੂੰ ਲੈ ਕੇ ਆਵੇ।
ਮੈਨੂੰ ਪਾਪਾ ਜੀ ਨੇ ਜਦੋਂ ਇਹ ਖਬਰ ਸੁਣਾਈ ਤਾਂ ਮੈਨੂੰ ਭੋਰਾ ਵੀ ਯਕੀਨ ਨਹੀਂ ਸੀ ਆਇਆ। ਪਰ ਪਾਪਾ ਜੀ ਨੇ ਕਿਹਾ, ਮੈਨੂੰ ਬੱਚੇ 'ਤੇ ਯਕੀਨ ਨਹੀਂ ਤਾਂ ਮੈਂ ਬੈਂਕ ਤੇਰੇ ਨਾਲ ਚੱਲਦਾ। ਪਿੱਛੋਂ ਮੈਂ ਇਹ ਡਰਾਫਟ ਆਪਣੇ ਅਕਾਊਂਟ 'ਚ ਜਮ੍ਹਾਂ ਕਰਾ ਦਿੱਤਾ ਅਤੇ ਡਾਕਟਰ ਹਰਭਜਨ ਸਿੰਘ ਸਿਵਲ ਸਰਜਨ ਨੂੰ ਪੰਜਾਬੀ 'ਚ ਕਈ ਚਿੱਠੀਆਂ ਲਿਖੀਆਂ, ਪਰ ਉਸ ਭਲੇ ਮਾਨਸ ਨੇ ਮੇਰੀ ਇੱਕ ਵੀ ਚਿੱਠੀ ਦਾ ਕੋਈ ਉੱਤਰ ਨਹੀਂ ਦਿੱਤਾ। ਇੱਕ ਵਾਰੀ ਮੈਂ ਅਤੇ ਗੁਰਬਚਨ ਭੁੱਲਰ ਬਠਿੰਡੇ 'ਚ ਹੋ ਰਹੀ ਇੱਕ ਸਾਹਿਤਕ ਸਭਾ 'ਚ ਭਾਗ ਲੈਣ ਲਈ ਗਏ। ਸਾਨੂੰ ਪਤਾ ਚੱਲਿਆ ਕਿ ਉਹੀ ਡਾਕਟਰ ਹਰਭਜਨ ਸਿੰਘ ਸਿਵਲ ਸਰਜਨ ਅੱਜ ਕੱਲ੍ਹ ਬਠਿੰਡੇ 'ਚ ਹੀ ਹੈ। ਮੈਂ ਉਹਨੂੰ ਮਿਲਣਾ ਚਾਹਿਆ, ਸਤਿਕਾਰ ਭਰੀ ਚਿੱਠੀ ਲਿਖੀ ਅਤੇ ਨਾਲ ਆਪਣਾ ਘਰ ਦਾ ਟੈਲੀਫੋਨ ਵੀ ਲਿਖਿਆ। ਉਸ ਸਮੇਂ ਮੇਰੇ ਘਰ ਟੈਲੀਫੋਨ ਲੱਗ ਗਿਆ ਸੀ। ਮੈਂ ਅਤੇ ਗੁਰਬਚਨ ਭੁੱਲਰ ਉਹਨੂੰ ਮਿਲਣ ਲਈ ਬੇਤਾਬ ਸੀ, ਪਰ ਲੰਬੀ ਉਡੀਕ ਪਿੱਛੋਂ ਵੀ ਉਹ ਦਿੱਤੇ ਐਡਰੈਸ ਉੱਤੇ ਸਾਨੂੰ ਮਿਲਣ ਨਹੀਂ ਆਇਆ ਅਤੇ ਨਾ ਹੀ ਉਹਨੇ ਸਾਨੂੰ ਆਪਣੇ ਕੋਲ ਮਿਲਣ ਲਈ ਆਉਣ ਵਾਸਤੇ ਕੋਈ ਸੁਨੇਹਾ ਹੀ ਭੇਜਿਆ। ਆਖਿਰ ਅਸੀਂ ਦੋਵੇਂ ਦਿੱਲੀ ਮੁੜ ਆਏ। ਦਿੱਲੀ ਪਹੁੰਚ ਕੇ ਜਦੋਂ ਮੈਂ ਆਪਣੇ ਘਰ ਦਾ ਤਾਲਾ ਖੋਲ੍ਹ ਰਹੀ ਸੀ ਤਾਂ ਲਗਾਤਾਰ ਸਾਡੇ ਘਰ ਦਾ ਟਨ 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 ਟੈਲੀਫੋਨ ਵੱਜ ਰਿਹਾ ਸੀ। ਮੈਂ ਜਲਦੀ ਅੰਦਰ ਜਾ ਕੇ ਟੈਲੀਫੋਨ ਅਟੈਂਡ ਕੀਤਾ। ਮੈਂ ਹੈਲੋ ਕਿਹਾ, ਮੈਨੂੰ ਉੱਤਰ ਮਿਲਿਆ, ਮੈਂ ਹਰਭਜਨ ਸਿੰਘ ਸਿਵਲ ਸਰਜਨ ਬੋਲ ਰਿਹਾ ਬਠਿੰਡੇ ਤੋਂ। ਪਰ ਮੈਂ ਤਾਂ ਤੁਹਾਨੂੰ ਉੱਥੇ 3 ਦਿਨ ਉਡੀਕਦੀ ਰਹੀ, ਤੁਸੀਂ ਕਿਉਂ ਨਹੀਂ ਆਏ? ਉਹਨਾਂ ਦਾ ਉੱਤਰ ਸੀ, ਮੈਂ ਕੀ ਕਰਨਾ ਸੀ ਉੱਥੇ ਆ ਕੇ, ਪਰ ਮੈਂ ਤੁਹਾਨੂੰ ਬਹੁਤ ਬੇਸਬਰੀ ਨਾਲ ਉਡੀਕਦੀ ਰਹੀ। ਬੀਬਾ ਜੀ, ਤੁਸੀਂ ਮੇਰਾ ਧੰਨਵਾਦ ਹੀ ਕਰਨਾ ਚਾਹੁੰਦੇ ਸੀ, ਜੋ ਮੈਂ ਨਹੀਂ ਸੀ ਚਾਹੁੰਦਾ। ਕਿਸ ਗੱਲ ਦਾ ਧੰਨਵਾਦ? ਧੰਨਵਾਦ ਤਾਂ ਮੈਂ ਤੁਹਾਡਾ ਕਰਦਾ ਕਿ ਤੁਸੀਂ ਇੱਕ ਅਦੁੱਤੀ ਰਚਨਾ ਪੰਜਾਬੀ ਪਾਠਕਾਂ ਨੂੰ ਦਿੱਤੀ ਹੈ ਅਤੇ ਮੈਂ ਇਸ ਕਿਤਾਬ ਨੂੰ ਅੱਖਰ ਅੱਖਰ ਇੱਕੋ ਸਿਟਿੰਗ 'ਚ ਬੈਠ ਕੇ ਪੜ੍ਹਿਆ ਅਤੇ ਮੈਂ ਤੁਹਾਡੇ ਲਿਖੇ ਸੱਚ ਨੂੰ ਨਮਸਕਾਰ ਕੀਤੀ। ਇੰਨਾ ਕਹਿ ਕੇ ਉਹਨੇ ਮੇਰੀ ਕੋਈ ਗੱਲ ਸੁਣੇ ਬਿਨਾਂ ਫੋਨ ਰੱਖ ਦਿੱਤਾ। ਸੋ ਅੱਜ ਤੱਕ ਮੈਂ ਡਾਕਟਰ ਹਰਭਜਨ ਸਿੰਘ ਸਿਵਲ ਸਰਜਨ ਵਰਗੀ ਮਹਾਨ ਹਸਤੀ ਦੇ ਦਰਸ਼ਨ ਨਹੀਂ ਕਰ ਸਕੀ, ਜਿਸ ਨੇ ਮੇਰੀ ਕਲਮ ਨੂੰ ਇੰਨਾ ਮਾਣ ਸਤਿਕਾਰ ਬਖਸ਼ਿਆ। ਮੈਂ ਅੱਜ ਵੀ ਨਿਮਾਣੀ ਜਿਹੀ ਉਹਨੂੰ ਯਾਦ ਕਰਦੀ ਹਾਂ ਅਤੇ ਉਹਨੂੰ ਮਿਲਣ ਲਈ ਤੰਗਦੀ ਹਾਂ। ਕਮਾਲ ਦੀ ਸੋਚ ਹੈ। ਕੁਝ ਲੋਕ ਮਾਨਵਤਾ ਦੀ ਸੇਵਾ ਦਿਲੋਂ ਜਾਨ ਤੋਂ ਕਰਕੇ ਵੀ ਆਪਣੇ ਆਪ ਨੂੰ ਤੁੱਛ ਸਮਝਦੇ ਹਨ। ਕੋਈ ਕੁਝ ਵੀ ਨਾ ਹੁੰਦੇ ਹੋਏ ਆਪਣੇ ਆਪ ਨੂੰ ਬੜਾ ਫੰਨੇ-ਖਾਂ ਸਮਝਦਾ ਹੈ। ਜਿਵੇਂ ਤੁਸੀਂ ਇਸ ਰਚਨਾ 'ਚ ਪੜ੍ਹ ਕੇ ਦੇਖ ਹੀ ਲਿਆ, ਜਿਸ 'ਚ ਮੇਰੀ ਮੈਂ ਮੁੱਕ ਹੀ ਨਹੀਂ ਰਹੀ। ਨਾ ਜਾਣੇ ਕਦੋਂ ਮੁੱਕੇਗੀ ਵੀ ਕਿ ਨਹੀਂ। ਮੈਨੂੰ ਨਹੀਂ ਲੱਗਦਾ ਮੇਰੀ ਮੈਂ ਦਾ ਕੋਈ ਅੰਤ ਹੋਏਗਾ। ਅਤੇ ਜਦੋਂ 1993-94 'ਚ ਜਲੰਧਰੋਂ ਛਪਦੇ 3 ਅਖਬਾਰਾਂ 'ਚ ਲਗਾਤਾਰ ਸੰਡੇ ਐਡੀਸ਼ਨ 'ਚ ਰਚਨਾ ਛਪਣ ਲੱਗੀ ਤਾਂ ਅਣਗਿਣਤ ਪਾਠਕਾਂ ਦੀਆਂ ਚਿੱਠੀਆਂ ਮੀਂਹ ਵਾਂਗ ਪਹਿਲਾਂ ਇਹਨਾਂ ਅਖਬਾਰਾਂ ਦੇ ਐਡੀਟਰ ਸ੍ਰੀ ਵਿਜੇ ਚੋਪੜਾ ਕੋਲ ਪਹੁੰਚਣ ਲੱਗੀਆਂ ਅਤੇ ਫਿਰ ਮੇਰੇ ਘਰ ਦੇ ਪਤੇ 'ਤੇ ਦਿੱਲੀ ਆਉਣ ਲੱਗ ਪਈਆਂ। ਕਾਰਨ ਇਹ ਸੀ, ਇੰਨੀਆਂ ਚਿੱਠੀਆਂ ਪੜ੍ਹਨ ਲਈ ਵਿਜੇ ਚੋਪੜਾ ਦੇ ਦਫ਼ਤਰ 'ਚ ਭਲਾ ਕਿਹਨੂੰ ਵਕਤ ਸੀ। ਇਸ ਕਰਕੇ ਉਹਨਾਂ ਨੇ 3 ਅਖਬਾਰਾਂ ਦੇ ਐਡੀਟਰਾਂ ਨੂੰ ਕਹਿ ਦਿੱਤਾ, ਇਸ ਰਚਨਾ ਬਾਰੇ ਅਖਬਾਰਾਂ 'ਚ ਇੱਕ ਨੋਟਿਸ ਛਾਪ ਦਿਓ ਕਿ 3 ਭਾਸ਼ਾਵਾਂ 'ਚ ਪਾਠਕਾਂ ਦੀਆਂ ਚਿੱਠੀਆਂ ਸਿੱਧੀਆਂ ਲੇਖਿਕਾ ਦੇ ਪਤੇ ਉੱਤੇ ਦਿੱਲੀ ਪਹੁੰਚਣ। ਇਹ ਹਿੰਦੀ, ਪੰਜਾਬੀ ਅਤੇ ਉਰਦੂ ਭਾਸ਼ਾਵਾਂ ਦੇ ਪਾਠਕਾਂ ਦੀਆਂ ਬਹੁਤ ਸਾਰੀਆਂ ਚਿੱਠੀਆਂ ਮੇਰੇ ਪਤੇ 'ਤੇ ਦਿੱਲੀ ਪਹੁੰਚਣ ਲੱਗ ਪਈਆਂ। ਪਰ ਉਸ ਸਮੇਂ ਮੇਰੇ ਘਰ ਨੂੰ ਤਾਂ ਬਿੱਲੀ ਵਰਗਾ ਤਾਲਾ ਲੱਗਿਆ ਸੀ ਅਤੇ ਮੇਰਾ ਸਾਰਾ ਪਰਿਵਾਰ ਸਮੇਤ ਮੇਰੇ ਅਮਰੀਕਾ ਲਾਸ ਐਂਜਲਸ ਸ਼ਹਿਰ ਵਿੱਚ ਮਾਈਗਰੇਟ ਕਰ ਗਿਆ ਸੀ। ਮੈਂ ਭਾਵੇਂ ਅਜੇ ਆਪਣੀ ਸਰਕਾਰੀ ਨੌਕਰੀ ਤੋਂ ਰਿਟਾਇਰ ਨਹੀਂ ਸੀ ਹੋਈ, ਅਜੇ 4 ਸਾਲ ਮੇਰੀ ਰਿਟਾਇਰਮੈਂਟ 'ਚ ਬਾਕੀ ਸਨ, ਪਰ ਮੇਰੇ ਬੇਟੇ ਦੀ ਫੈਮਿਲੀ ਅਤੇ ਮੇਰੇ ਪਤੀ ਦੇਵ ਹੁਣ ਸਾਰੇ ਅਮਰੀਕਾ ਹੀ ਚਲੇ ਗਏ ਸੀ। ਮੈਂ ਸਿਰਫ ਸਾਲ 'ਚ 2 ਮਹੀਨੇ ਦੀ ਛੁੱਟੀ ਅਮਰੀਕਾ ਉਹਨਾਂ ਕੋਲ ਆਉਂਦੀ ਸੀ, ਕਿਉਂਕਿ ਮੇਰਾ ਅਤੇ ਮੇਰੇ ਪਤੀ ਦਾ ਇਹੀ ਫੈਸਲਾ ਸੀ ਕਿ ਰਿਟਾਇਰਮੈਂਟ ਤੋਂ ਪਹਿਲਾਂ ਸਰਕਾਰੀ ਜੌਬ ਤੋਂ ਅਸਤੀਫਾ ਨਹੀਂ ਦੇਣਾ, ਤਾਂ ਕਿ ਮੈਨੂੰ ਤਾਂ ਘੱਟ ਤੋਂ ਘੱਟ ਪੈਨਸ਼ਨ ਮਿਲ ਸਕੇ। ਸਮੇਂ ਦਾ ਕੀ ਭਰੋਸਾ, ਬੱਚੇ ਮਾਂ ਪਿਓ ਦੇ ਬੁਢਾਪੇ 'ਚ ਕਿੰਨੀ ਕੁ ਸੰਭਾਲ ਕਰਨਗੇ। ਸੋ ਇਹ ਪਾਠਕਾਂ ਦੀਆਂ ਲਗਾਤਾਰ ਆਉਂਦੀਆਂ ਚਿੱਠੀਆਂ ਨੂੰ ਮੇਰੀ ਪੜੋਸਨ ਮਿਸਿਜ਼ ਲక్ష్ਮੀ ਭਾਰਗਵ, ਜੋ 68 ਸੀ 'ਚ ਰਹਿੰਦੀ ਸੀ, ਇੱਕ ਵੱਡੇ ਸਾਰੇ ਕੱਪੜੇ ਦੇ ਥੈਲੇ 'ਚ ਚਿੱਠੀਆਂ ਨੂੰ ਉਗੜੇ ਦੁਗੜੇ ਤਰੀਕੇ ਨਾਲ ਇਕੱਠਾ ਕਰਨ ਲੱਗ ਪਈ। ਫਿਰ ਉਹਨੇ ਮੇਰੀ ਬੇਟੀ ਇੰਦਰਜੀਤ ਨੂੰ ਟੈਲੀਫੋਨ ਉੱਤੇ ਇੱਕ ਦਿਨ ਪੁੱਛਿਆ ਕਿ ਇੰਦਰਜੀਤ, ਤੇਰੀ ਮੰਮੀ ਦੀ ਅੱਜ ਕੱਲ੍ਹ ਅਣਗਿਣਤ ਡਾਕ ਆ ਰਹੀ ਹੈ, ਕਿੱਥੋਂ ਅਤੇ ਕਿਵੇਂ ਮੈਂ ਨਹੀਂ ਜਾਣਦੀ, ਪਰ ਮੈਂ ਉਹਦੇ ਆਉਣ ਤੱਕ ਸਾਰੀਆਂ ਚਿੱਠੀਆਂ ਇੱਕ ਬੋਰੀ ਨੁਮਾ ਥੈਲੇ 'ਚ ਪਾਈ ਜਾਂਦੀ ਹਾਂ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਚਿੱਠੀਆਂ ਤੁਹਾਡੇ ਘਰ ਆਉਂਦੀਆਂ ਕਿੱਥੋਂ ਹੈ ਇੰਨੀਆਂ। ਇੰਦਰਜੀਤ ਨੂੰ ਵੀ ਇਹ ਗੱਲ ਕੁਝ ਸਮਝ ਨਾ ਆਈ ਤਾਂ ਉਹਨੇ ਕਿਹਾ, ਆਂਟੀ ਜੀ, ਤੁਸੀਂ ਅੱਡ ਭਾਸ਼ਾਵਾਂ ਦੀਆਂ 1-2 ਚਿੱਠੀਆਂ ਪੜ੍ਹ ਕੇ ਦੇਖ ਲਓ, ਸ਼ਾਇਦ ਗੱਲ ਸਮਝ 'ਚ ਆ ਜਾਏ। ਪਰ ਅਸਲ 'ਚ ਮੈਨੂੰ ਵੀ ਇਹਨਾਂ ਚਿੱਠੀਆਂ ਬਾਰੇ ਕੁਝ ਪਤਾ ਨਹੀਂ। ਮੈਂ ਮੰਮੀ ਨੂੰ ਹੁਣ ਜਦੋਂ ਅਮਰੀਕਾ ਤੋਂ ਫੋਨ ਆਏਗਾ ਤਾਂ ਪੁੱਛ ਕੇ ਤੁਹਾਨੂੰ ਦੱਸਾਂਗੀ ਕਿ ਕੀ ਕਹਾਣੀ ਇਹਨਾਂ ਦੀ। ਪਰ ਮੈਨੂੰ ਵੀ ਬਹੁਤ ਹੈਰਾਨੀ ਤਾਂ ਹੋ ਰਹੀ ਸੀ। ਲక్ష్ਮੀ ਭਾਰਗਵ ਨੇ ਜਦੋਂ ਇੰਦਰਜੀਤ ਦੇ ਕਹਿਣ 'ਤੇ ਹਿੰਦੀ ਦੇ ਪਾਠਕਾਂ ਵੱਲੋਂ ਲਿਖੀਆਂ ਕੁਝ ਚਿੱਠੀਆਂ ਪੜ੍ਹੀਆਂ ਤਾਂ ਉਹਨੂੰ ਸਮਝ ਆ ਗਈ ਕਿ ਮਿਸਿਜ਼ ਬਚਿੰਤ ਕੌਰ ਨੇ ਕੋਈ ਕਿਤਾਬ ਲਿਖੀ ਹੈ ਜੋ ਹਿੰਦੀ ਦੇ ਅਖਬਾਰ ਪੰਜਾਬ ਕੇਸਰੀ 'ਚ ਲਗਾਤਾਰ ਛਪ ਰਹੀ ਹੈ। ਉਸ ਬਾਰੇ ਹਿੰਦੀ ਦੀਆਂ ਚਿੱਠੀਆਂ ਪਾਠਕਾਂ ਵੱਲੋਂ ਆ ਰਹੀਆਂ। पर हमें तो पता ही नहीं कि इंद्रजीत तुम्हारी मम्मी लिखती भी है।
हम तो उसको सिर्फ की पंच ऑपरेटर ही अभी तक समझ रहे थे, लक्ष्मी ने मेरी बेटी ਨੂੰ ਕਿਹਾ। ਇਹ ਗੱਲ ਚਿੱਠੀਆਂ ਲਿਖਣ ਪਿੱਛੋਂ ਮੇਰੀ ਬੇਟੀ ਇੰਦਰਜੀਤ ਨੂੰ ਪਿੱਛੋਂ ਟੈਲੀਫੋਨ ਉੱਤੇ ਮਿਸਿਸ ਭਾਰਗਵ ਨੇ ਦੱਸੀ, ਜੋ ਖੁਦ ਸਰਕਾਰੀ ਸਕੂਲ 'ਚ ਮੈਥ ਦੀ ਟੀਚਰ ਸੀ। ਪਿੱਛੋਂ ਤਾਂ ਮੇਰੀ ਬੇਟੀ ਨੇ ਵੀ ਅਮਰੀਕਾ ਫੋਨ ਕਰਕੇ ਆਪਣੇ ਡੈਡੀ ਨੂੰ ਪੁੱਛ ਹੀ ਲਿਆ, ਪਾਪਾ ਮੰਮੀ ਦੇ ਨਾਮ ਉੱਤੇ ਅੱਜ ਕੱਲ੍ਹ ਆਂਟੀ ਭਾਰਗਵਾ ਦੇ ਘਰ ਬਹੁਤ ਸਾਰੀ ਡਾਕ ਰੋਜ਼ਾਨਾ ਆ ਰਹੀ ਹੈ, ਉਹਨੂੰ ਪਤਾ ਨਹੀਂ ਲੱਗ ਰਿਹਾ ਕਿੱਥੋਂ ਆ ਰਹੀ ਹੈ ਅਤੇ ਕਿਉਂ ਆ ਰਹੀ ਹੈ। ਇਹ ਗੱਲ ਉੱਥੇ ਅਮਰੀਕਾ ਬੈਠੀ ਨੂੰ ਬਬਲੀ ਭਾਵ ਇੰਦਰਜੀਤ ਨੇ ਪੁੱਛੀ ਤਾਂ ਅਸੀਂ ਸਾਰੇ ਮੇਰੇ ਬੇਟੇ ਦੀ ਫੈਮਿਲੀ ਅਤੇ ਮੇਰੇ ਪਤੀ ਸਮੇਤ ਇਕੱਠੇ ਹੀ ਬੈਠੇ ਫੋਨ ਸੁਣ ਰਹੇ ਸਾਂ। ਧੰਨਵਾਦ। ਚੱਲ